ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਜਰਮਨੀ ਅਤੇ ਡੈਨਮਾਰਕ ਦੀ ਯਾਤਰਾ ਤੇ ਅਮਰੀਕਾ ਨੇ ਲਗਾਈ ਰੋਕ। ਅਮਰੀਕਾ ਆਉਣ ਵਾਲੇ ਯਾਤਰੀਆਂ ਲਈ ਪੂਰਨ ਟੀਕਾਕਰਨ ਹੋਏਗਾ ਲਾਜ਼ਮੀ। ਰਾਸ਼ਟਰਪਤੀ ਜੋ ਬਾਈਡਨ। ਫਰਾਂਸ ਇੰਗਲੈਂਡ ਚੈਨਲ ਵਿੱਚ ਕਿਸ਼ਤੀ ਡੁੱਬਣ ਕਾਰਨ 31 ਪ੍ਰਵਾਸੀਆਂ ਦੀ ਹੋਈ ਮੌਤ। ਨਿਊਜ਼ੀਲੈਂਡ ਵਿੱਚ ਹਾਈ ਰਿਸਕ ਸੂਚੀ ਤੋਂ ਬਾਹਰ ਭਾਰਤ। ਪੰਜਾਬ ਦੇ ਪੱਕੇ ਵਸਨੀਕਾਂ ਨੂੰ ਮਿਲਿਆ ਸੁੱਖ ਦਾ ਸਾਹ। ਨਿਊਜ਼ੀਲੈਂਡ ਜਨਵਰੀ 2022 ਤੋਂ ਹੌਲੀ-ਹੌਲੀ ਖੋਲੇਗਾ ਸਰਹੱਦਾਂ। ਕ੍ਰਿਸਮਸ ਪਰੇਡ ਦੀ ਘਟਨਾ ਵਿੱਚ ਬੱਚੇ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 6। 10 ਮਿੰਟ ਵਾਸਤੇ ਅਮਰੀਕਾ ਗਈ ਔਰਤ ਨੂੰ ਕਰ ਦਿੱਤਾ ਗਿਆ $5700 ਦਾ ਜੁਰਮਾਨਾ। ਅਮਰੀਕਾ 'ਚ ਬੱਚਿਆਂ 'ਚ ਤੇਜ਼ੀ ਨਾਲ ਵੱਧ ਰਿਹਾ ਕਰੋਨਾ ਵਾਇਰਸ। 7 ਦਿਨਾਂ 'ਚ 1,41,000 ਬੱਚੇ ਸੰਕਰਮਿਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸੋਮਵਾਰ ਨੂੰ ਜਰਮਨੀ ਅਤੇ ਡੈਨਮਾਰਕ ਦੀ ਯਾਤਰਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਦਿੱਤੀ ਗਈ ਹੈ। CDC ਵੱਲੋਂ 2 ਯੂਰਪੀ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਲੈਵਲ 4 ਵੈਰੀ ਹਾਈ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ CDC ਨੇ ਦੁਨੀਆ ਭਰ ਵਿੱਚ 75 ਥਾਵਾਂ ਨੂੰ ਲੈ ਕੇ ਪਾਬੰਦੀ ਜਾਰੀ ਕੀਤੀ ਹੈ, ਜਿਸ ਵਿੱਚ ਜ਼ਿਆਦਾਤਰ ਯੂਰਪੀ ਦੇਸ਼ ਹੀ ਹਨ। ਇਨ੍ਹਾਂ ਵਿੱਚ ਆਸਟਰੀਆ, ਬ੍ਰਿਟੇਨ, ਬੈਲਜੀਅਮ, ਯੂਨਾਨ, ਨਾਰਵੇ, ਸਵਿਟਜ਼ਰਲੈਂਡ, ਰੋਮਾਨੀਆ, ਆਇਰਲੈਂਡ ਅਤੇ ਚੈਕ ਰਿਪਬਲਿਕਨ ਸ਼ਾਮਲ ਨੇ। ਜਰਮਨੀ ਦੀ ਚਾਂਸਲਰ ਐਂਜਲਾ ਮਾਰਕੇਲ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਹੈ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਕੀਤੇ ਗਏ ਉਪਾਅ ਕਾਫੀ ਨਹੀਂ ਹਨ ਅਤੇ ਸਖਤ ਉਪਾਅ ਕਰਨ ਦੀ ਜ਼ਰੂਰਤ ਹੈ। ਜਰਮਨੀ ਵਿੱਚ ਵਾਇਰਸ ਦੇ ਮਾਮਲੇ ਕਾਫੀ ਵੱਧ ਰਹੇ ਨੇ, ਖਾਸ ਕਰਕੇ ਬਜ਼ੁਰਗਾਂ ਵਿੱਚ ਜਿਨ੍ਹਾਂ ਦਾ ਕਰੋਨਾ ਵੈਕਸੀਨੇਸ਼ਨ ਪੂਰਾ ਹੋ ਚੁੱਕਾ ਹੈ। ਨਾਲ ਹੀ ਉਹ ਬੱਚੇ ਵੀ ਪੀੜਤ ਹੋ ਰਹੇ ਨੇ ਜੋ ਅਜੇ ਵੈਕਸੀਨ ਦੇ ਯੋਗ ਨਹੀਂ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਯੂਰਪੀ ਦੇਸ਼ਾਂ ਨੂੰ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਚੌਕਸ ਹੋਣ ਦੀ ਜ਼ਰੂਰਤ ਹੈ। ਦੱਸਦੇ ਕਿ 11 ਮਾਰਚ 2022 ਨੂੰ WHO ਨੇ ਇਸ ਕਰੋਨਾ ਵਾਇਰਸ ਦੇ ਹਾਲਾਤ ਨੂੰ ਦੇਖਦੇ ਹੋਏ ਇਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਸੀ। 2019 ਦੇ ਅੰਤ ਵਿੱਚ ਚੀਨ ਤੋਂ ਨਿਕਲੇ ਕਰੋਨਾ ਵਾਇਰਸ ਨਾਲ ਹੁਣ ਤੱਕ ਲੱਖਾਂ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਨੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਤੋਂ ਬਚਾਅ ਦੇ ਲਈ ਦੁਨੀਆ ਭਰ ਵਿੱਚ ਟੀਕਾਕਰਨ ਜਾਰੀ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਖਰਾਬ ਹਾਲਾਤ ਅਮਰੀਕਾ ਦੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਸ ਦੀ ਲਪੇਟ ਵਿੱਚ ਆ ਗਏ ਤੇ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ, ਜਿਨ੍ਹਾਂ ਵਿੱਚ ਟਰੱਕ ਚਾਲਕ, ਸਰਕਾਰੀ ਅਤੇ ਹੰਗਾਮੀ ਸੇਵਾ ਅਧਿਕਾਰੀ ਆਦਿ ਸ਼ਾਮਲ ਹਨ, ਲਈ ਪੂਰਨ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ ਅਤੇ ਇਹ ਨਿਯਮ 2022 ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਬਾਈਡਨ ਪ੍ਰਸ਼ਾਸਨ ਜਲਦ ਇਸ ਸੰਬੰਧ ਵਿੱਚ ਐਲਾਨ ਕਰ ਸਕਦਾ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨਿਯਮ ਤੇ ਵਾਈਟ ਹਾਊਸ ਨੇ ਅਕਤੂਬਰ ਵਿੱਚ ਵਿਚਾਰ ਕੀਤਾ ਸੀ। ਇਹ ਨਿਯਮ ਦੇਸ਼ ਦੀ ਸਰਹੱਦ ਪਾਰ ਕਰਕੇ ਆਉਣ ਵਾਲੇ ਵਿਅਕਤੀਆਂ ਲਈ ਹੋਵੇਗਾ। ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕਿਸ਼ਤੀਆਂ ਰਾਹੀਂ ਆਉਣ ਵਾਲੇ ਲੋੜੀਂਦੀ ਸੇਵਾਵਾਂ ਵਿੱਚ ਲੱਗੇ ਵਿਅਕਤੀਆਂ ਦਾ ਵੀ ਪੂਰਨ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਿਯਮ ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਅਮਰੀਕਾ ਦੇ ਨਾਗਰਿਕ ਨਹੀਂ ਹਨ। ਅਮਰੀਕੀ ਨਾਗਰਿਕ ਅਤੇ ਸਥਾਨਕ ਵਾਸੀ ਪਹਿਲਾਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਦੇਸ਼ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰ ਰਹੇ ਲਗਭਗ 31 ਸ਼ਰਨਾਰਥੀਆਂ ਦੀ ਬੀਤੇ ਦਿਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਇੰਗਲਿਸ਼ ਚੈਨਲ ਨੂੰ ਪਾਰ ਕਰ ਰਹੇ ਸਨ ਜਦੋਂ ਉਹਨਾਂ ਦੀ ਕਿਸ਼ਤੀ ਪਲਟ ਗਈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਤਰਾਸਦੀ ਦੱਸਿਆ ਹੈ। ਸ਼ਰਨਾਰਥੀਆਂ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਮਰਜੈਂਸੀ ਮੀਟਿੰਗ ਬੁਲਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਕੈਲਾਸ ਬੰਦਰਗਾਹ ਤੇ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਗੇਰਾਲਡ ਡਾਰਮਨ ਦਾ ਕਹਿਣਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਤੇ 34 ਲੋਕ ਸਵਾਰ ਸਨ, ਜਿਨ੍ਹਾਂ ਚੋਂ 31 ਲਾਸ਼ਾਂ ਮਿਲ ਗਈਆਂ ਨੇ ਅਤੇ 2 ਲੋਕ ਜ਼ਿੰਦਾ ਮਿਲੇ ਹਨ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਬੁੱਧਵਾਰ ਸ਼ਾਮ ਤੱਕ ਸੰਯੁਕਤ ਫ੍ਰੈਂਚ ਅਤੇ ਬ੍ਰਿਟਿਸ਼ ਬਚਾਅਕਰਤਾ ਬੱਚੇ ਲੋਕਾਂ ਦੀ ਭਾਲ ਕਰ ਰਹੇ ਸਨ। ਨਿਊਜ਼ੀਲੈਂਡ ਨੇ ਭਾਰਤ, ਪਾਕਿਸਤਾਨ ਸਮੇਤ 5 ਦੇਸ਼ਾਂ ਨੂੰ ਕੋਵਿਡ-19 ਵਾਲੀ ਹਾਈ ਰਿਸਕ ਸੂਚੀ ਚੋਂ ਬਾਹਰ ਕੱਢ ਦਿੱਤਾ, ਜਿਸ ਨਾਲ ਪੰਜਾਬ ਤੋਂ
ਆਉਣ ਵਾਲੇ ਨਿਊਜ਼ੀਲੈਂਡ ਦੇ ਪੱਕੇ ਵਸਨੀਕਾਂ ਨੂੰ ਸੁੱਖ ਦਾ ਸਾਹ ਮਿਲਿਆ। ਜਿਨ੍ਹਾਂ ਨੇ ਵੈਕਸੀਨ ਦੇ 2-2 ਟੀਕੇ ਲਗਵਾਏ ਹੋਏ ਨੇ, ਅਗਲੇ ਮਹੀਨੇ ਤੋਂ ਭਾਰਤ ਤੋਂ ਆਉਣ ਵਾਲੇ ਅਜਿਹੇ ਲੋਕਾਂ ਵਾਸਤੇ ਦੁਬਈ ਜਾਂ ਕਿਸੇ ਹੋਰ ਤੀਜੇ ਦੇਸ਼ ਵਿੱਚ 14 ਦਿਨ ਗੁਜ਼ਾਰ ਕੇ ਆਉਣ ਦੀ ਜ਼ਰੂਰਤ ਸ਼ਰਤ ਦਾ ਝੰਜਟ ਮੁੱਕ ਗਿਆ। ਨਿਊਜ਼ੀਲੈਂਡ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਦੇਸ਼ ਦੇ ਬਾਰਡਰ ਨੂੰ ਪੜਾਅਵਾਰ ਖੋਲ੍ਹਿਆ ਜਾਏਗਾ, ਜਿਸ ਵਾਸਤੇ ਉਹੀ ਲੋਕ ਯੋਗ ਹੋਣਗੇ ਜਿਨ੍ਹਾਂ ਨੇ ਵੈਕਸੀਨ ਦੇ 2-2 ਟੀਕੇ ਲਵਾਏ ਹੋਣਗੇ, ਜਿਸ ਦੇ ਤਹਿਤ ਪੱਕੇ ਵਸਨੀਕਾਂ ਤੋਂ ਇਲਾਵਾ ਯੋਗ ਵੀਜ਼ੇ ਵਾਲੇ ਲੋਕਾਂ ਨੂੰ ਖੁੱਲ੍ਹ ਮਿਲੇਗੀ। ਪਹਿਲੇ ਪੜਾਅ ਵਿੱਚ ਅਗਲੇ ਸਾਲ 16 ਜਨਵਰੀ ਤੋਂ ਆਸਟ੍ਰੇਲੀਆ ਤੋਂ ਆਉਣ ਵਾਲਿਆਂ ਨੂੰ 14 ਦਿਨ ਦੀ MIQ 'ਚ ਨਹੀਂ ਰਹਿਣਾ ਪਏਗਾ, ਸਗੋਂ ਉਹ ਆਪਣੇ ਘਰ 'ਚ ਹੀ 7 ਦਿਨ ਇਕਾਂਤਵਾਸ ਕੱਟ ਸਕਣਗੇ। ਇਸੇ ਤਰ੍ਹਾਂ ਦੂਜੇ ਪੜਾਅ 'ਚ 16 ਫਰਵਰੀ ਤੋਂ ਆਸਟ੍ਰੇਲੀਆ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਵੀ ਆਉਣ ਵਾਲਿਆਂ ਨੂੰ ਵੀ MIQ ਦੀ ਲੋੜ ਨਹੀਂ ਹੋਏਗੀ। ਅਜਿਹਾ ਹੋਣ ਨਾਲ ਪੰਜਾਬ 'ਚ ਫਸੇ ਬੈਠੇ ਅਜਿਹੇ ਟੈਂਪਰੇਰੀ ਵੀਜ਼ੇ ਵਾਲਿਆਂ ਨੂੰ ਵੀ ਆਸ ਦੀ ਕਿਰਨ ਦਿਸ ਪਈ ਹੈ, ਜੋ ਪਿਛਲੇ ਸਾਲ ਮਾਰਚ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਪੰਜਾਬ ਆਪਣੇ ਪਰਿਵਾਰਾਂ ਨੂੰ ਮਿਲਣ ਗਏ ਸਨ, ਪਰ ਪਿੱਛੋਂ ਬਾਰਡਰ ਬੰਦ ਹੋ ਜਾਣ ਕਾਰਨ ਪੌਣੇ 2 ਸਾਲ ਤੋਂ ਫਸੇ ਬੈਠੇ ਨੇ। ਹਾਲਾਂਕਿ ਕਈ ਲੋਕ ਅਜੇ ਵੀ ਵੀਜ਼ੇ ਦੀ ਮਿਆਦ ਪਈ ਹੈ, ਪਰ ਕਈਆਂ ਦੇ ਵੀਜ਼ੇ ਦੀ ਮਿਆਦ ਲਾਕਡਾਊਨ ਦੌਰਾਨ ਪੁੱਗ ਗਈ ਸੀ। ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ। ਇਸ ਯੋਜਨਾ ਮੁਤਾਬਕ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਨਿਊਜ਼ੀਲੈਂਡ ਦੇ ਲੋਕਾਂ ਲਈ ਜਨਵਰੀ 2022 ਤੋਂ ਘਰ ਆਉਣਾ ਆਸਾਨ ਹੋਏਗਾ। ਇਸ ਦੇ ਨਾਲ ਹੀ ਵਿਦੇਸ਼ੀ ਨਾਗਰਿਕਾਂ ਲਈ ਅਪ੍ਰੈਲ ਤੋਂ ਬਾਅਦ ਆਉਣਾ ਆਸਾਨ ਹੋ ਜਾਏਗਾ, ਕਿਉਂਕਿ ਸਰਕਾਰ ਜ਼ਿਆਦਾਤਰ ਯਾਤਰੀਆਂ ਲਈ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟਾਈਨ ਦੀ ਲੋੜ ਨੂੰ ਹਟਾ ਦੇਗੀ। ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਪਕਿੰਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ੀਲੈਂਡ ਆਉਣ ਵਾਲੇ ਮਹੀਨਿਆਂ ਵਿੱਚ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹੇਗਾ। ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਜਨਵਰੀ ਤੋਂ ਵਿਸਥਾਪਿਤ ਨਿਵਾਸੀਆਂ ਦੀ ਵਾਪਸੀ ਅਤੇ ਅਪ੍ਰੈਲ ਤੋਂ ਸੈਲਾਨੀਆਂ ਦੇ ਆਉਣ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ, ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਸਮੇਤ ਕੁਝ ਦੇਸ਼ਾਂ ਨੂੰ ਉੱਚ ਜੋਖਮ ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਰਿਹਾ ਹੈ, ਜਿਸ ਨਾਲ ਇਹਨਾਂ ਦੇਸ਼ਾਂ ਦੇ ਲੋਕ ਨਿਊਜ਼ੀਲੈਂਡ ਆ ਸਕਣਗੇ। ਕੋਵਿਡ-19 ਮਹਾਮਾਰੀ ਫੈਲਣ ਤੇ ਦੱਖਣੀ ਪ੍ਰਸ਼ਾਂਤ ਦੇਸ਼ ਨੇ ਸਖਤ ਸਰਹੱਦੀ ਪਾਬੰਦੀਆਂ ਲਗਾਈਆਂ, ਸੈਲਾਨੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਅਤੇ ਵਾਪਸ ਪਰਤਣ ਵਾਲੇ ਵਸਨੀਕਾਂ ਲਈ ਫੌਜ ਦੁਆਰਾ ਸੰਚਾਲਿਤ ਆਈਸੋਲੇਸ਼ਨ ਸਹੂਲਤ ਵਿੱਚ 2 ਹਫ਼ਤੇ ਬਿਤਾਉਣਾ ਲਾਜ਼ਮੀ ਕਰ ਦਿੱਤਾ ਗਿਆ। ਮਹਾਮਾਰੀ ਦੇ ਪਹਿਲੇ 18 ਮਹੀਨਿਆਂ ਵਿੱਚ ਸਰਹੱਦੀ ਪਾਬੰਦੀਆਂ ਨੂੰ ਨਿਊਜ਼ੀਲੈਂਡ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਬਣਾਉਣ ਲਈ ਅਹਿਮ ਮੰਨੀਆਂ ਗਈਆਂ। ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਪਕਿੰਸ ਨੇ ਕਿਹਾ ਕਿ ਸਰਕਾਰ ਨੇ ਮਹਾਮਾਰੀ ਵਿੱਚ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਮੁਸ਼ਕਲ ਫੈਸਲੇ ਲਏ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਹਿਮਤ ਹਾਂ ਕਿ ਇਹ ਬਹੁਤ ਮੁਸ਼ਕਲ ਰਿਹਾ, ਕਈ ਪਰਿਵਾਰ ਵਿਛੜ ਗਏ, ਲੋਕਾਂ ਨੂੰ ਅਜਿਹੀਆਂ ਥਾਵਾਂ ਤੇ ਰਹਿਣਾ ਪਿਆ ਜਿੱਥੇ ਉਹ ਜ਼ਿਆਦਾ ਦੇਰ ਨਹੀਂ ਰਹਿਣਾ ਚਾਹੁੰਦੇ ਸਨ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹਨਾਂ ਪਾਬੰਦੀਆਂ ਦਾ ਲੋਕਾਂ ਦੇ ਜੀਵਨ ਅਤੇ ਉਹਨਾਂ ਦੀ ਰੋਜ਼ੀ ਰੋਟੀ ਤੇ ਕੀ ਅਸਰ ਪਿਆ ਹੈ। ਸਰਕਾਰ ਦੀ ਯੋਜਨਾ ਦੇ ਤਹਿਤ ਦੇਸ਼ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਘੱਟੋ-ਘੱਟ 7 ਦਿਨਾਂ ਲਈ ਖੁਦ ਨੂੰ ਆਈਸੋਲੇਟ ਕਰਨਾ ਹੋਏਗਾ। ਐਂਟੀ ਕੋਵਿਡ-19 ਦੀ ਪੂਰੀ ਖੁਰਾਕ ਲਗਵਾ ਚੁੱਕੇ ਨਿਊਜ਼ੀਲੈਂਡ ਦੇ ਲੋਕ 16 ਜਨਵਰੀ 2022 ਤੋਂ ਸਵੈ ਆਈਸੋਲੇਸ਼ਨ ਦੇ ਬਿਨਾਂ ਆਸਟ੍ਰੇਲੀਆ ਤੋਂ ਪਰਤ ਸਕਣਗੇ ਤੇ 13 ਫਰਵਰੀ 2022 ਤੋਂ ਬਾਅਦ ਦੂਜੇ ਦੇਸ਼ਾਂ ਤੋਂ ਵਾਪਸ ਆ ਸਕਣਗੇ। ਸੈਲਾਨੀਆਂ ਅਤੇ ਹੋਰ ਯਾਤਰੀਆਂ ਲਈ 30 ਅਪ੍ਰੈਲ 2022 ਤੋਂ ਵੱਖ-ਵੱਖ ਪੜਾਵਾਂ ਵਿੱਚ ਦੇਸ਼ ਵਿੱਚ ਦਾਖਲੇ ਦੇ ਦਰਵਾਜ਼ੇ ਖੋਲ੍ਹੇ ਜਾਣਗੇ। ਹਪਕਿੰਸ ਮੁਤਾਬਕ ਆਪਣੀ ਸਰਹੱਦ ਨੂੰ ਬੰਦ ਕਰਨਾ ਸਾਡੇ ਦੇਸ਼ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਚੁੱਕੇ ਗਏ ਪਹਿਲੇ ਕਦਮਾਂ ਵਿੱਚੋਂ ਇੱਕ ਸੀ। ਹਪਕਿੰਸ ਨੇ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਹੈ ਕਿ ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਹੁਣ ਵਧੇਰੇ ਸਧਾਰਨਤਾ ਵੱਲ ਵਧਣ ਦੀ ਸਥਿਤੀ ਵਿੱਚ ਹਾਂ। ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਕੋਵਿਡ-19 ਡੈਲਟਾ ਵੈਰੀਐਂਟ ਦੇ 215 ਨਵੇਂ ਕਮਿਊਨਿਟੀ ਕੇਸਾਂ ਦੀ ਰਿਪੋਰਟ ਕੀਤੀ ਹੈ। ਅਮਰੀਕਾ ਦੀ ਵੋਕੇਸ਼ਾ ਕਾਉਂਟੀ ਵਿੱਚ ਕ੍ਰਿਸਮਸ ਪਰੇਡ ਦੌਰਾਨ ਇੱਕ SUV ਦੇ ਭੀੜ ਵਿੱਚ ਜਾ ਵੜਨ ਦੀ ਘਟਨਾ 'ਚ ਇੱਕ ਬੱਚੇ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਇਸ ਘਟਨਾ ਵਿੱਚ 62 ਲੋਕ ਜ਼ਖਮੀ ਹੋਏ ਅਤੇ ਮੰਗਲਵਾਰ ਨੂੰ ਵਿਸਕੌਨਸਿਨ ਦੇ ਪ੍ਰੋਸੀਕਿਊਟਰ ਨੇ ਸ਼ੱਕੀ ਹਮਲਾਵਰ ਤੇ ਇਸ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਦੱਸਿਆ ਕਿ ਇੱਕ ਬੱਚੇ ਦੀ ਮੌਤ ਹੋਣ ਨਾਲ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ ਅਤੇ ਹਮਲਾਵਰ ਤੇ ਅਜੇ ਹੋਰ ਦੋਸ਼ ਲੱਗਣੇ ਬਾਕੀ ਨੇ। ਮਿਲਵਾਕੀ ਦੇ ਵੋਕੇਸ਼ਾ ਵਿੱਚ ਐਤਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਡੈਰੇਲ ਬਰੂਕਸ ਜੂਨੀਅਰ ਤੇ ਹੱਤਿਆ ਦੇ 5 ਦੋਸ਼ ਲਗਾਏ ਗਏ ਹਨ। ਦੋਸ਼ ਸਿੱਧ ਹੋਣ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। GoFundMe ਪੇਜ ਮੁਤਾਬਕ 8 ਸਾਲ ਦੇ ਜੈਕਸਨ ਸਪਾਰਕਸ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਆਪਣੇ ਭਰਾ ਦੇ ਨਾਲ ਪਰੇਡ ਵਿੱਚ ਸ਼ਾਮਲ ਹੋਇਆ। ਜੈਕਸਨ ਦਾ ਭਰਾ ਅਜੇ ਵੀ ਹਸਪਤਾਲ ਵਿੱਚ ਭਰਤੀ ਹੈ। ਮਾਰੇ ਗਏ ਹੋਰ ਲੋਕ ਬਾਲਗ ਸਨ। ਪੇਜ ਦੇ ਆਯੋਜਕ ਅਲਬਰੋ ਨੇ ਲਿਖਿਆ, ਦੁਪਹਿਰ ਸਾਡੇ ਪ੍ਰਿਆ ਜੈਕਸਨ ਨੇ ਦਮ ਤੋੜ ਦਿੱਤਾ। ਬਰੂਕਸ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਇਆ ਸੀ। ਸ਼ਹਿਰ ਵਿੱਚ
ਕ੍ਰਿਸਮਸ ਪਰੇਡ ਨੂੰ ਲਾਈਵ ਸਟ੍ਰੀਮ ਕੀਤੇ ਜਾ ਰਹੇ ਵੀਡੀਓ ਅਤੇ ਲੋਕਾਂ ਵੱਲੋਂ ਬਣਾਏ ਗਏ ਵੀਡੀਓ ਵਿੱਚ ਇੱਕ SUV ਨੂੰ ਪਰੇਡ ਦੇ ਨਾਲ-ਨਾਲ ਚੱਲਦਿਆਂ ਅਤੇ ਫੇਰ ਭੀੜ ਵਿੱਚ ਵੜਦਿਆਂ ਦੇਖਿਆ ਗਿਆ ਸੀ। ਘਟਨਾ ਵਿੱਚ ਜ਼ਖਮੀ ਕਈ ਲੋਕਾਂ ਦੀ ਹਾਲਾਤ ਹੁਣ ਗੰਭੀਰ ਬਣੀ ਹੋਈ ਹੈ। ਸਿਰਫ 10 ਮਿੰਟ ਵਾਸਤੇ ਅਮਰੀਕਾ ਗਈ ਕੈਨੇਡੀਅਨ ਔਰਤ ਨੂੰ ਇਹ ਗੇੜਾ $5700 ਵਿੱਚ ਪੈ ਗਿਆ। 68 ਸਾਲਾਂ ਦੀ ਮਾਰਲਾ ਜੌਨਸ ਆਪਣੀ ਗੱਡੀ ਵਿੱਚ ਤੇਲ ਪਵਾਉਣ ਸਰੀ ਦੇ ਰਸਤੇ ਵਾਸ਼ਿੰਗਟਨ ਸੂਬੇ ਦੇ ਬਲੇਨ ਸ਼ਹਿਰ ਗਈ ਅਤੇ ਵਾਪਸੀ ਵੇਲੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੇ ਭਾਰੀ ਜੁਰਮਾਨਾ ਕਰ ਦਿੱਤਾ। ਮਾਰਲਾ ਜੌਨਸ ਤੋਂ ਪਹਿਲਾਂ ਬਾਰਡਰ ਏਜੰਟ 8 ਹੋਰਨਾਂ ਨੂੰ ਵੀ ਜੁਰਮਾਨਾ ਕਰ ਚੁੱਕੇ ਸਨ। ਚੇਤੇ ਰਹੇ ਕਿ ਫੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਦੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਜ਼ਰੂਰੀ ਚੀਜ਼ਾਂ ਵਾਸਤੇ ਅਮਰੀਕਾ ਦੇ ਗੇੜੇ ਲਾਉਣ ਦੀ ਖੁੱਲ੍ਹ ਦੇ ਚੁੱਕੀ ਹੈ। ਇਹਨਾਂ ਵਾਸਤੇ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਨਹੀਂ ਹੋਏਗੀ। ਪਰ ਮਾਰਲਾ ਜੌਨਸ ਨੇ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਬਾਰਡਰ ਏਜੰਟਾਂ ਨੂੰ ਇਸ ਬਾਰੇ ਪਤਾ ਹੀ ਨਹੀਂ। ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ 'ਚ ਹੁਣ ਇਹ ਵਾਇਰਸ ਤੇਜ਼ੀ ਨਾਲ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਵਾਇਰਸ ਦਾ ਇਹ ਰੂਪ ਦੁਨੀਆ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ 11 ਤੋਂ 18 ਨਵੰਬਰ ਦਰਮਿਆਨ 1,41,905 ਬੱਚਿਆਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਮੁਤਾਬਕ ਪਿਛਲੇ 2 ਹਫ਼ਤਿਆਂ ਦੇ ਮੁਕਾਬਲੇ ਬੱਚਿਆਂ ਵਿੱਚ ਸੰਕਰਮਣ ਦੀ ਦਰ ਵਿੱਚ 32% ਵਾਧਾ ਹੋਇਆ ਹੈ। ਅੰਕੜੇ ਦੱਸਦੇ ਨੇ ਕਿ ਅਮਰੀਕਾ ਵਿੱਚ ਪਿਛਲੇ ਹਫ਼ਤੇ ਪਾਏ ਗਏ ਸੰਕਰਮਣ ਦੇ 1/3 ਕੇਸ ਬੱਚਿਆਂ ਨਾਲ ਸੰਬੰਧਿਤ ਨੇ। ਅਮਰੀਕਾ ਵਿੱਚ ਬੱਚਿਆਂ ਦੀ ਆਬਾਦੀ 22% ਹੈ। ਮਹਾਮਾਰੀ ਦੀ ਚਪੇਟ ਵਿੱਚ 3% ਤੋਂ ਵੀ ਘੱਟ ਬੱਚੇ ਆਏ ਨੇ। ਇਸ ਹਿਸਾਬ ਨਾਲ 68 ਲੱਖ ਤੋਂ ਵੱਧ ਬੱਚੇ ਸੰਕਰਮਣ ਤੋਂ ਪ੍ਰਭਾਵਿਤ ਹੋਏ ਨੇ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਅਕਤੂਬਰ ਵਿੱਚ 5 ਤੋਂ 11 ਸਾਲ ਦੀ ਉਮਰ ਦੇ 8300 ਬੱਚਿਆਂ ਨੂੰ ਲਾਗ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹਨਾਂ ਵਿੱਚੋਂ 162 ਬੱਚਿਆਂ ਦੀ ਮੌਤ ਹੋ ਗਈ ਸੀ। CDC ਨੇ ਕਿਹਾ ਕਿ ਮਹਾਮਾਰੀ ਦੀ ਤੇਜ਼ ਰਫ਼ਤਾਰ ਦੇ ਵਿਚਕਾਰ 2300 ਸਕੂਲ ਬੰਦ ਕਰ ਦਿੱਤੇ ਗਏ ਸਨ, ਜਿਸ ਨਾਲ 1.2 ਮਿਲੀਅਨ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋਈ। ਹੁਣ ਸਕੂਲ ਖੁੱਲਣ ਦੇ ਨਾਲ ਇਨਫੈਕਸ਼ਨ ਬੇਕਾਬੂ ਹੋਣ ਲੱਗਾ ਹੈ, ਜੋ ਆਉਣ ਵਾਲੇ ਸਮੇਂ ਲਈ ਚੇਤਾਵਨੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਸ਼ਨ ਡਿਸੀਜ਼ ਦੇ ਡਾਇਰੈਕਟਰ ਡਾਕਟਰ ਐਂਥਨੀ ਫੌਸੀ ਨੇ ਮੰਨਿਆ ਕਿ ਅਜੋਕੇ ਸਮੇਂ ਵਿੱਚ ਹਰ ਉਮਰ ਦੇ ਬੱਚਿਆਂ ਵਿੱਚ ਇਨਫੈਕਸ਼ਨ ਦੀ ਦਰ ਵਧ ਰਹੀ ਹੈ, ਜੋ ਚਿੰਤਾਜਨਕ ਸਥਿਤੀ ਹੈ। ਡਾਕਟਰ ਐਂਥਨੀ ਫੌਸੀ ਦਾ ਕਹਿਣਾ ਹੈ ਕਿ ਸਾਡੇ ਆਲੇ ਦੁਆਲੇ ਕਈ ਤਰ੍ਹਾਂ ਦੇ ਵਾਇਰਸ ਘੁੰਮ ਰਹੇ ਨੇ। ਬੱਚਿਆਂ ਦੇ ਸੰਬੰਧ ਵਿੱਚ ਬਹੁਤ ਧਿਆਨ ਰੱਖਣਾ ਹੋਏਗਾ, ਨਹੀਂ ਤਾਂ ਸਥਿਤੀ ਇੱਕ ਵਾਰ ਫਿਰ ਵਿਗੜ ਸਕਦੀ ਹੈ। AAP ਦੀ ਰਿਪੋਰਟ ਮੁਤਾਬਕ ਬਾਲਗਾਂ ਦੀ ਤੁਲਨਾ ਵਿੱਚ ਪੀੜਤ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਘੱਟ ਹੈ। ਜੇਕਰ ਅਸੀਂ ਰਾਜਾਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 1.7 ਤੋਂ 4.0% ਬੱਚੇ ਜੋ ਇਨਫੈਕਸ਼ਨ ਦਾ ਸ਼ਿਕਾਰ ਹਨ ਨੂੰ ਹਸਪਤਾਲ ਦੇ ਇਲਾਜ ਦੀ ਜ਼ਰੂਰਤ। ਹਾਲਾਂਕਿ ਸੰਕਰਮਣ ਦੀ ਰਫ਼ਤਾਰ ਵਧਣ ਨਾਲ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਸਕਦੀ ਹੈ। ਅਮਰੀਕਾ ਨੇ ਲੋਕਤੰਤਰ ਲਈ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਵੈਬਸਾਈਟ ਤੇ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਸੱਦਾ ਪਾਉਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਨੇ ਤਾਇਵਾਨ ਨੂੰ ਵੀ ਸ਼ਾਮਲ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕਈ ਮੌਕਿਆਂ ਤੇ ਜ਼ਿਕਰ ਕੀਤਾ ਹੈ ਕਿ ਜੇਕਰ ਚੀਨ ਦੁਆਰਾ ਹਮਲਾ ਕੀਤਾ ਜਾਂਦਾ ਹੈ ਤਾਂ ਤਾਇਵਾਨ ਦੀ ਮਦਦ ਲਈ ਅਮਰੀਕਾ ਹਮੇਸ਼ਾ ਤਿਆਰ ਰਹੇਗਾ। ਸੰਮੇਲਨ ਵਿੱਚ ਹਿੱਸਾ ਲੈਣ ਦੇ ਸੱਦੇ ਸਾਬਕਾ ਸੋਵੀਅਤ ਯੂਨੀਅਨ ਦੇ ਰਾਜਾਂ ਵਿੱਚ ਜਿਵੇਂ ਕਿ ਅਰਮੀਨੀਆ, ਐਸਟੋਨੀਆ, ਜਾਰਜੀਆ, ਲਤਾਵੀਆ, ਲਿਥੁਆਨੀਆ, ਮੋਲਡੋਵਾ, ਯੂਕਰੇਨ ਨੂੰ ਵੀ ਭੇਜੇ ਗਏ ਨੇ, ਜਦੋਂ ਕਿ ਅਜ਼ਰਬੈਜਾਨ, ਬੈਲਾਰੂਸ, ਕਾਜ਼ਖਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਨੂੰ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਯੂਰਪੀ ਸੰਘ ਦੇ ਇਕਲੌਤੇ ਦੇਸ਼ ਹੰਗਰੀ ਨੂੰ ਵੀ ਸੰਮੇਲਨ 'ਚ ਹਿੱਸਾ ਲੈਣ ਦਾ ਸੱਦਾ ਨਹੀਂ ਭੇਜਿਆ ਗਿਆ। ਇਸ ਤੋਂ ਇਲਾਵਾ ਸਾਊਦੀ ਅਰਬ, ਈਰਾਨ ਅਤੇ ਕਈ ਵੱਡੇ ਖਾੜੀ ਦੇਸ਼ ਸਮੇਤ ਉੱਤਰੀ ਕੋਰੀਆ, ਵੈਨਜ਼ੂਏਲਾ, ਨਿਕਾਰਾਗੁਆ, ਸੁਡਾਨ ਅਤੇ ਇਥੋਪੀਆ ਨੂੰ ਵੀ ਸੱਦਾ ਦੇਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਲੋਕਤੰਤਰ ਲਈ ਸੰਮੇਲਨ 9 ਅਤੇ 10 ਦਸੰਬਰ ਨੂੰ ਹੋਏਗਾ। ਰਾਸ਼ਟਰਪਤੀ ਬਾਈਡਨ ਇਸ ਦੀ ਵਰਚੁਅਲ ਮੇਜ਼ਬਾਨੀ ਕਰਨਗੇ। ਸਿਖਰ ਸੰਮੇਲਨ ਲੋਕਤੰਤਰੀ ਦੇਸ਼ਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਉਹਨਾਂ ਦੇ ਮੌਕਿਆਂ ਤੇ ਕੇਂਦਰਿਤ ਹੋਏਗਾ। ਇਸ ਦੌਰਾਨ ਭਾਗ ਲੈਣ ਵਾਲੇ ਦੇਸ਼ਾਂ ਦੇ ਨੇਤਾ ਲੋਕਤੰਤਰ ਦਾ ਸਮਰਥਨ ਕਰਨ ਲਈ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਚਨਬੱਧਤਾਵਾਂ ਦਾ ਐਲਾਨ ਕਰਨ, ਕਿਸੇ ਸੁਧਾਰ ਜਾਂ ਯਤਨ ਦਾ ਜ਼ਿਕਰ ਕਰਨ ਅਤੇ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕਰਨ ਦੇ ਯੋਗ ਹੋਣਗੇ। ਸੋਸ਼ਲ ਮੀਡੀਆ ਦਾ ਅਕਸਰ ਹੀ ਗਲਤ ਅੰਸਰਾਂ ਵੱਲੋਂ ਦੁਰਉਪਯੋਗ ਕੀਤਾ ਜਾਂਦਾ ਹੈ। BBC ਦੀ ਇੱਕ ਤਾਜ਼ਾ ਰਿਪੋਰਟ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਅਜਿਹੇ ਸੋਸ਼ਲ ਮੀਡੀਆ ਖਾਤਿਆਂ ਦਾ ਪਰਦਾਫਾਸ਼ ਕੀਤਾ ਗਿਆ, ਜਿਨ੍ਹਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਖਾਤਿਆਂ ਦੀ ਹਿੰਦੂ ਰਾਸ਼ਟਰਵਾਦ ਅਤੇ ਭਾਰਤ ਪੱਖੀ ਸਰਕਾਰ ਦੇ ਵਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਵਰਤੋਂ ਕੀਤੀ ਗਈ।
ਰਿਪੋਰਟ ਦੇ ਲੇਖਕ ਬੈਂਜਾਮਿਨ ਸਟ੍ਰਿਕ ਅਨੁਸਾਰ ਇਹ ਨੈਟਵਰਕ ਦਾ ਉਦੇਸ਼ ਸਿੱਖ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਦੇ ਆਲੇ-ਦੁਆਲੇ ਮਹੱਤਵਪੂਰਨ ਮੁੱਦਿਆਂ ਤੇ ਧਾਰਨਾਵਾਂ ਨੂੰ ਬਦਲਣਾ ਸੀ। ਭਾਵੇਂ ਕਿ ਇਸ ਨੈਟਵਰਕ ਦਾ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ ਖਾਤਿਆਂ ਦੇ ਪ੍ਰੋਫਾਈਲਾਂ 'ਚ ਪੰਜਾਬੀ ਫਿਲਮੀ ਅਦਾਕਾਰਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ, ਸਿੱਖ ਨਾਵਾਂ ਦੀ ਵਰਤੋਂ ਕੀਤੀ ਗਈ, ਇੱਥੋਂ ਤੱਕ ਕਿ ਬਹੁਤ ਸਾਰੇ ਖਾਤਿਆਂ ਦੀ ਸਮੱਗਰੀ ਅਤੇ ਭਾਸ਼ਾ ਵੀ ਇੱਕੋ ਜਿਹੀ ਹੀ ਸੀ। ਇਨ੍ਹਾਂ ਖਾਤਿਆਂ 'ਚ ਬਰਤਾਨਵੀ ਸਾਂਸਦ ਤਨਮਨਜੀਤ ਸਿੰਘ ਢੇਸੀ, MP ਪ੍ਰੀਤ ਕੌਰ ਗਿੱਲ ਅਤੇ ਕੈਨੇਡੀਅਨ ਸਾਂਸਦ ਦੀਆਂ ਤਸਵੀਰਾਂ ਲਗਾ ਉਹਨਾਂ ਨੂੰ ਹੋਰ ਪਾਸੇ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਰਿਪੋਰਟ ਅਨੁਸਾਰ ਇਹ ਸੋਸ਼ਲ ਮੀਡੀਆ ਮੁਹਿੰਮ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਅਤੇ ਉਹਨਾਂ ਦਾ ਨੁਕਸਾਨ ਕਰਨ ਲਈ ਇੱਕ ਵੱਡੇ ਆਪਰੇਸ਼ਨ ਦਾ ਹਿੱਸਾ ਹੋ ਸਕਦੀ ਹੈ। ਟਵਿੱਟਰ ਅਤੇ ਮੈਟਾ ਨੇ ਵੱਖ-ਵੱਖ ਬਿਆਨਾਂ 'ਚ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਕਰਕੇ ਅਤੇ ਜਾਲੀ ਖਾਤਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਗਿਆ ਹੈ। ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਡਿੱਗਣ ਦਾ ਖਤਰਾ ਇਸ ਚੱਲ ਰਹੇ ਸਾਲ ਦੌਰਾਨ ਟਲ ਗਿਆ ਹੈ। ਸੰਸਦ ਦੇ ਮੌਜੂਦ ਸੈਸ਼ਨ ਦੌਰਾਨ ਬੀਤੇ ਕੱਲ ਸੈਨੇਟ ਵਿੱਚ ਗਵਰਨਰ ਜਨਰਲ ਮੈਰੀ ਸਾਈਮਨ ਨੇ ਥਰੋਨ ਸਪੀਚ ਪੜਿਆ, ਜਿਸ ਨੂੰ ਹਾਊਸ ਆਫ ਕਾਮਨਸ ਦੇ ਮੈਂਬਰਾਂ ਨੇ ਵੀ ਸੁਣਿਆ। ਇਹ ਭਾਸ਼ਣ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਆਪਣੇ ਚੋਣ ਏਜੰਡੇ ਮੁਤਾਬਕ ਸਰਕਾਰ ਦੀਆਂ ਨੀਤੀਆਂ ਅਨੁਸਾਰ ਤਿਆਰ ਕੀਤਾ ਗਿਆ ਸੀ। ਇਸ ਵਿੱਚ ਮੁੱਖ ਤੌਰ ਤੇ ਕੋਰੋਨਾ ਵਾਇਰਸ ਤੇ ਕਾਬੂ ਅਤੇ ਆਰਥਿਕਤਾ ਨੂੰ ਲੀਹਾਂ ਉੱਪਰ ਰੱਖਣ ਅਤੇ ਆਦੀਵਾਸੀ ਭਾਈਚਾਰਿਆਂ ਨਾਲ ਨੇੜਤਾ ਵਧਾਉਣ ਦੇ ਮੁੱਦਿਆਂ ਉੱਪਰ ਆਧਾਰਿਤ ਹੈ। ਭਾਸ਼ਣ ਦੀ ਸਮਾਪਤੀ ਤੋਂ ਬਾਅਦ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਏਰਨ ਓਟੂਲ ਨੇ ਸੰਸਦ ਵਿੱਚ ਇਸ ਦੀ ਹਮਾਇਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਹਮਾਇਤ ਕਰਨ ਦਾ ਸਪਸ਼ਟ ਐਲਾਨ ਨਹੀਂ ਕੀਤਾ, ਪਰ ਬਲਾਕ ਕਿਊਬ ਦੇ ਆਗੂ ਇਵੇਸ ਫਰਾਂਸੂਆ ਵਾਲੈਂਸ਼ੇ ਨੇ ਆਖਿਆ ਕਿ ਭਾਸ਼ਣ ਰਾਹੀਂ ਪੇਸ਼ ਕੀਤੇ ਗਏ ਸਰਕਾਰ ਦੇ ਏਜੰਡੇ ਨੂੰ ਬਰਦਾਸ਼ਤ ਕਰ ਸਕਦੇ ਨੇ। ਉਹਨਾਂ ਦੀ ਪਾਰਟੀ ਦੇ ਸੰਸਦ ਮੈਂਬਰ ਇਸ ਦੇ ਹੱਕ ਵਿੱਚ ਵੋਟ ਪਾਉਣਗੇ। ਸ਼੍ਰੀ ਟਰੂਡੋ ਨੂੰ ਸੰਸਦ ਵਿੱਚ ਭਰੋਸਾ ਬਰਕਰਾਰ ਰੱਖਣ ਲਈ ਉਪਰੋਕਤ ਤਿੰਨ ਚੋਂ ਕਿਸੇ ਇੱਕ ਵਿਰੋਧੀ ਪਾਰਟੀ ਦੀ ਮਦਦ ਕਰਨੀ ਹੁੰਦੀ ਹੈ। ਹੁਣ 2022 ਵਿੱਚ ਬਜਟ ਤੱਕ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਓਕਬਰੁਕ ਇਲੀਨੋਇਸ ਵਿੱਚ ਇੱਕ ਸਟੋਰ 'ਚ ਜ਼ਬਰਦਸਤੀ ਵੜ ਕੇ ਲੁਟੇਰੇ $1 ਲੱਖ ਤੋਂ ਵੱਧ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ। ਲੁੱਟਮਾਰ ਦੀ ਇਹ ਘਟਨਾ ਓਕਬਰੁਕ ਦੇ ਲੂਇਸ ਵੁਇਸਟਨ ਸਟੋਰ ਵਿੱਚ ਵਾਪਰੀ। ਓਕਬਰੁਕ ਪੁਲਿਸ ਵਿਭਾਗ ਅਨੁਸਾਰ ਲੁਟੇਰਿਆਂ ਦੀ ਗਿਣਤੀ ਘੱਟੋ-ਘੱਟ 14 ਸੀ, ਜਿਨ੍ਹਾਂ ਨੇ ਸਟੋਰ 'ਚ ਧੱਕੇ ਨਾਲ ਦਾਖਲ ਹੋ ਕੇ ਕੂੜੇ ਕਰਕਟ ਵਾਲੀਆਂ ਬੋਰੀਆਂ ਚੁੱਕੀਆਂ ਤੇ ਉਹਨਾਂ ਵਿੱਚ ਸਮਾਨ ਭਰ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਸਟੋਰ ਦੇ ਪ੍ਰਬੰਧਕਾਂ ਕੋਲੋਂ ਲਈ ਗਈ ਵੀਡੀਓ 'ਚ ਲੁੱਟਮਾਰ ਦੀ ਪੂਰੀ ਘਟਨਾ ਰਿਕਾਰਡ ਹੈ। ਲੁਟੇਰਿਆਂ ਨੇ ਮੂੰਹ ਬੰਨੇ ਹੋਏ ਸਨ। ਜਦੋਂ ਉਹ ਸਟੋਰ ਵਿੱਚ ਦਾਖਲ ਹੋਏ ਤਾਂ ਦੂਸਰੇ ਗਾਹਕਾਂ 'ਚ ਹਫੜਾ ਦਫੜੀ ਮਚ ਗਈ ਅਤੇ ਬਾਹਰ ਨਿਕਲ ਗਏ। ਪੁਲਿਸ ਮੁਖੀ ਜੇਮਸ ਕਰੂਜ਼ਰ ਅਨੁਸਾਰ ਲੁਟੇਰੇ 3 ਗੱਡੀਆਂ ਵਿੱਚ ਸਵਾਰ ਹੋ ਕੇ ਆਏ ਸਨ ਤੇ ਲੁੱਟਮਾਰ ਕਰਨ ਤੋਂ ਬਾਅਦ ਇਹਨਾਂ ਗੱਡੀਆਂ ਵਿੱਚ ਸਮਾਨ ਨਾਲ ਭਰੀਆਂ ਬੋਰੀਆਂ ਲੱਦ ਕੇ ਫਰਾਰ ਹੋ ਗਏ। ਓਕਬਰੁਕ ਸ਼ਿਕਾਗੋ ਦੇ ਪੱਛਮ ਵਿੱਚ ਤਕਰੀਬਨ 25 ਮੀਲ ਦੂਰ ਸਥਿਤ ਹੈ। ਕਰੂਜ਼ਰ ਨੇ ਕਿਹਾ ਹੈ ਕਿ ਉਹ ਵੀਡੀਓ ਤੇ ਹੋਰ ਲੋਕਾਂ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸ਼ੱਕੀ ਦੋਸ਼ੀਆਂ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਨ। ਇਸ ਸਾਲ ਅਪ੍ਰੈਲ ਵਿੱਚ ਇੰਡੀਆਨਾਪੋਲਿਸ 'ਚ ਡੈਫਐਕਸ ਦੇ ਦਫ਼ਤਰ 'ਚ ਹੋਈ ਗੋਲਾਬਾਰੀ ਦੇ ਪੀੜਤ 3 ਸਿੱਖ ਪਰਿਵਾਰਾਂ ਨੇ ਮੁਆਵਜ਼ੇ ਲਈ ਕੀਤੇ ਦਾਅਵੇ ਵਿੱਚ ਕਿਹਾ ਹੈ ਕਿ ਸਥਾਨਕ ਅਧਿਕਾਰੀ ਅਦਾਲਤ ਵਿੱਚ ਸ਼ੂਟਰਾਂ ਦੇ ਹਥਿਆਰ ਲੈਣ ਦੇ ਅਧਿਕਾਰਾਂ ਉੱਪਰ ਰੋਕ ਲਾਉਣ ਸੰਬੰਧੀ ਕੇਸ ਕਰਨ ਵਿੱਚ ਨਾਕਾਮ ਰਹੇ, ਜਿਸ ਕਾਰਨ ਸ਼ੱਕੀ ਦੋਸ਼ੀ ਹਮਲੇ ਵਿੱਚ ਵਰਤੇ ਗਏ ਹਥਿਆਰ ਲੈਣ ਵਿੱਚ ਸਫਲ ਰਹੇ। ਜੇਕਰ ਅਧਿਕਾਰੀ ਅਦਾਲਤ ਵਿੱਚ ਜਾਂਦੇ ਤਾਂ ਹਮਲਾਵਰਾਂ ਨੂੰ ਹਥਿਆਰ ਲੈਣ ਤੋਂ ਰੋਕਿਆ ਜਾ ਸਕਦਾ ਸੀ। 15 ਅਪ੍ਰੈਲ ਨੂੰ ਹੋਈ ਗੋਲਾਬਾਰੀ ਤੋਂ ਜ਼ਖਮੀ ਹੋਏ ਜਾਂ ਆਪਣਾ ਪਰਿਵਾਰਕ ਮੈਂਬਰ ਗਵਾ ਚੁੱਕੇ ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਤੇ ਗੁਰਿੰਦਰ ਬਾਂਸ ਨੇ ਇੱਕ ਪੱਤਰ ਲਿਖ ਕੇ ਸ਼ਹਿਰ ਦੇ ਅਧਿਕਾਰੀਆਂ ਕੋਲੋਂ ਪ੍ਰਤੀ ਵਿਅਕਤੀ $7 ਲੱਖ ਮੁਆਵਜ਼ੇ ਦੀ ਮੰਗ ਕੀਤੀ ਹੈ। ਪੀੜਤਾਂ ਦੇ ਵਕੀਲਾਂ ਨੇ ਕਿਹਾ ਕਿ ਇੰਡੀਆਨਾਪੋਲਿਸ ਪੁਲਿਸ ਵਿਭਾਗ ਤੇ ਮਾਰੀਅਨ ਕਾਉਂਟੀ ਦੇ ਪ੍ਰੋਸੀਕਿਊਟਰ ਦਫ਼ਤਰ ਨੇ ਮਾਰਚ 2020 ਵਿੱਚ ਸ਼ੂਟਰਾਂ ਦੇ ਹਥਿਆਰ ਲੈਣ ਦੇ ਅਧਿਕਾਰ ਨੂੰ ਮੁਲਤਵੀ ਕਰਨ ਸੰਬੰਧੀ ਕੇਸ ਨਾ ਦਰਜ ਕਰਨ ਦਾ ਫੈਸਲਾ ਕੀਤਾ। ਅਜਿਹਾ ਕਰਕੇ ਪੁਲਿਸ ਵਿਭਾਗ ਦੇ ਪ੍ਰੋਸੀਕਿਊਟਰ ਦਫ਼ਤਰ ਇੰਡੀਆਨਾ ਦੇ ਰੈੱਡ ਫਲੈਗ ਕਾਨੂੰਨ ਅਨੁਸਾਰ ਚੱਲਣ ਵਿੱਚ ਨਾਕਾਮ ਰਹੇ ਤੇ ਇਹਨਾਂ ਦੀ ਇਸ ਨਾਕਾਮੀ ਕਾਰਨ ਹੀ ਦੋਸ਼ੀ ਹਥਿਆਰ ਲੈਣ ਵਿੱਚ ਸਫਲ ਰਹੇ। ਇੱਥੇ ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਹੋਏ ਹਮਲੇ ਵਿੱਚ ਸਿੱਖ ਪਰਿਵਾਰਾਂ ਦੇ 4 ਮੈਂਬਰਾਂ ਸਮੇਤ ਫੈਡੈਕਸੇ ਦੇ 8 ਮੁਲਾਜ਼ਮ ਮਾਰੇ ਗਏ ਸਨ ਤੇ 5 ਹੋਰ ਜ਼ਖਮੀ ਹੋ ਗਏ ਸਨ। ਅਮਰੀਕਾ ਵਿੱਚ ਸਫੈਦ ਪੂਛ ਵਾਲੇ ਕਈ ਹਿਰਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਨੇ, ਜੋ ਕਿ ਮਹਾਮਾਰੀ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੀ ਗਲੋਬਲ ਨਿਊਜ਼ ਵੈਬਸਾਈਟ ਨੇ ਆਪਣੀ ਜਾਣਕਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਵੈਬਸਾਈਟ ਨੇ ਵਿਗਿਆਨੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਕਿਹਾ ਕਿ ਜੰਗਲੀ ਜਾਨਵਰਾਂ ਵਿੱਚ ਵਾਇਰਸ ਦਾ ਪਤਾ ਲੱਗਣਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨਾਲ ਇਨਸਾਨਾਂ 'ਚ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਉਮੀਦ ਟੁੱਟ ਸਕਦੀ ਹੈ।
ਵੈਬਸਾਈਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੇਕਰ ਵਾਇਰਸ ਜੰਗਲੀ ਜੀਵਾਂ ਵਿੱਚ ਫੈਲਦਾ ਹੈ ਤਾਂ ਇਹ ਨਵੇਂ ਰੂਪਾਂ 'ਚ ਬਦਲ ਸਕਦਾ ਹੈ ਅਤੇ ਮਨੁੱਖਾਂ ਨੂੰ ਦੁਬਾਰਾ ਸੰਕਰਮਿਤ ਕਰਨ ਦਾ ਸਰੋਤ ਬਣਾ ਸਕਦਾ ਹੈ। रूस तो मिसाइलां खरीदण ते भारत नूं संभावी पाबंदी तो छूट देण बारे अमेरिका ने अजे कोई फैसला नहीं लिया है। जिक्रयोग है कि भारत ने S-400 मिसाइलां दा रूस नाल सौदा कीता। इस कारण अमेरिका भारत एक विशेष एक्ट तहत पाबंदी ला सकता है। बाइडन प्रशासन ने कहा है कि इस कानून विच अजिही कोई मद नहीं है जिस तहत किसी मुल्क विशेष नूं छूट दी जा सके। भारत नूं इन्हां मिसाइलां दी सप्लाई मिलनी शुरू हो गई है। चोटी दे रिपब्लिकन ते डेमोक्रेटिक संसद मैंबर मांग कर रहे हैं कि इस खरीद लई भारत उत्ते CAATS तहत पाबंदी ना लाई जावे। एक कानून अमेरिकी कांग्रेस ने 2017 विच पास कीता सी। इस तहत अमेरिका रूस नाल रखिया ते खुफिया खेतर विच लैण देण करन वाले मुल्क उत्ते पाबंदी ला सकता है। विदेश विभाग के बुलारे नैड प्राइस ने कहा कि वह भारत नाल अपने रणनीतिक रिश्तियां की कदर करते हैं, पर कानून विच अजिहा कुछ नहीं है जिस तहत छूट दी जा सके। उन्होंने कहा कि अमेरिका व्यापक तौर उत्ते यही कह सकता है कि साडे सारे साथियों नूं रूस नाल अजिहे लैण देण तो गुरेज करना चाहिए है। स्कॉटलैंड के शहर सटरलिंग नूं रहण लई स्कॉटलैंड भर विच सब तो बेहतर मन्निया गया। राइट मूव वालों कीते गए एक सर्वे ने केंद्री बेल्ट के इस कस्बे नूं सरहद उत्तर विच पहले नंबर ते रखिया, जबकि चौथे स्थान ते एडिनबरा, ग्लासगो नूं 7वें अते एबरडीन नूं 10वें स्थान ते रखा गया है। यह हैप्पी होम इंडेक्स सर्वे पिछले दहाके तो हर साल राइट मूव द्वारा प्रकाशित किया जाता है अते इस विच पूरे यूके विच 21,000 लोगों के एक पोल ने स्कॉटलैंड विच स्टर्लिंग नूं रहण लई एक खुशहाल शहर वजों चुनिया। इस सर्वे अनुसार खुशहाली के पैमाने विच दोस्ती और भाईचारक भावना भी शामिल है। इसके अलावा कुदरत और हरियालियां थावां, स्कूल, रेस्टोरेंट, दुकानां और खेड सहूलतां समेत हुनर और सहूलतां नूं भी ध्यान च रखा जाता है। भारत के प्रधानमंत्री नरेंद्र मोदी ने खेती कानूनों नूं वापस लैण दा ऐलान कर दिता है, पर यह अड़िका अजे भी बरकरार है। किसान अंदोलन के 1 साल पूरे होने ते 26 नवंबर नूं वड्डे पद्धर ते प्रदर्शन करन दियां ਤਿਆਰੀਆਂ भी किसानों ने कर लईਆਂ ने। पिछले 4 दिनों में टिकरी बॉर्डर ते किसानों की गिणती पहले के मुकाबले दुगनी हो गई है। किसान हुण खाली तंबूआं विच नजर आ रहे हैं। दूजे पासे दिल्ली पुलिस भी किसानों की वध रही गिणती 29 नवंबर नूं होण वाले पार्लीमेंट मार्च नूं लैके किसान आगूआं दे मनां नूं टटोलण विच लगी हुई है। इस कारण मंगलवार शाम नूं किसान आगूआं नाल दिल्ली पुलिस की मीटिंग भी हुई। मीटिंग विच भावें किसानां दे आउण वाले प्रोग्रामां बारे कोई चर्चा नहीं हुई, पर दिल्ली पुलिस ने उन्हां दे मन दा पता लगाउण दा काम कीता। जिक्रयोग है कि पिछले साल 26 नवंबर नूं हरियाणा दे ਸਿੰਘੂ ਅਤੇ टिकरी सरहदां ते किसानां दा अंदोलन कुछ मुद्दिਆਂ ਨੂੰ ਲੈ ਕੇ ਸ਼ੁਰੂ ਹੋਇਆ, ਜਿਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਕਾਨੂੰਨ ਨੂੰ ਵਾਪਸ ਲੈਣਾ ਸ਼ਾਮਲ ਹੈ। किसान आगूआं ਅਤੇ सरकार दरमियान 11 ਗੇੜਾਂ ਦੀ मीटिंग दौरान कोई हल ना निकलिया तो कुछ दिन पहला गुरुपुरब ते प्रधानमंत्री ने तीनों नवे खेती कानूनों नूं रद्द करने का ऐलान कर दिता सी। इस दे बावजूद अंदोलन खत्म नहीं होया ते किसान घट्टो घट्ट समर्थन मुल गारंटी कानून बनाउण समेत होर मंगां ते अड़े होए ने ते अंदोलन जारी रखण दा ऐलान कीता है। किसान अंदोलन दे 1 साल पूरे होण ते 26 नवंबर नूं किसान जथेबंदियां ने पंजाब हरियाणा दे पिंडां विच दिल्ली बॉर्डर ते पहुंचण दा सੱਦਾ दिता है। दस्सणयोग है कि 1 हफ्ता पहला तक टिकरी सरहद ते किसानां दे टेंट कई किलोमीटर तक लगे हुए दिखाई दे रहे सन, पर किसानां दी गिणती बहुत घट सी। पर हुण फिर किसानां दी भीड़ टेंटां विच वधण लगी है। पंजाब ते हरियाणा दे ਵੱਖ-ਵੱਖ ਹਿੱਸਿਆਂ ਤੋਂ हर रोज दर्जनां किसानां दे जथे टिकरी सरहद ते पहुंच रहे ने। जिथे किसान नवे खेती कानूनां दी वापसी तो खुश ने, उत्थे घट्टो घट समर्थन मुल गारंटी कानून दी मंग भी जोरदार ढंग नाल उठाई जा रही है। इस बार पहले नालों ज्यादातर ताकत दिखाउण दी कोशिश की जा रही है। टिकरी बॉर्डर ते पिछले 5 दिनों च किसानां दी गिणती दुगनी हो गई है। स्वीडन की प्रधानमंत्री चुने जाने के कुछ घंटिया बाद ही संसद विच बजट प्रस्ताव डिगण ते मैगडालेना एंडरस ने बुधवार नूं अहुदे तो अस्तीफा दे दिता। इस दे नाल ही सहयोगी दल ग्रीन्स ने सरकार तो समर्थन वापस ले लिया। एंडरसन ने पत्रकारां नूं कहा कि मेरे लिए सम्मान का सवाल है, पर मैं अजिही सरकार की अगवाई नहीं करना चाहती जिसकी जायजता ते सवाल खड़ा किया जा सके।
ਐਂਡਰਸਨ ਨੇ ਸੰਸਦ ਦੇ ਸਪੀਕਰ ਐਂਡਰੀਅਸ ਨੂੰ ਕਿਹਾ ਕਿ ਉਹ ਹੁਣ ਵੀ ਸੋਸ਼ਲ ਡੈਮੋਕ੍ਰੈਟਿਕ ਦੀ ਇੱਕ ਪਾਰਟੀ ਦੀ ਸਰਕਾਰ ਦੀ ਅਗਵਾਈ ਕਰਨ ਦੀ ਇੱਛੁਕ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇੱਕ ਪਾਰਟੀ ਸਰਕਾਰ ਤੋਂ ਸਮਰਥਨ ਵਾਪਸ ਲੈਂਦੀ ਹੈ ਤਾਂ ਗੱਠਜੋੜ ਦੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਵੀਡਨ ਦੀਆਂ 349 ਸੀਟਾਂ ਵਾਲੀ ਸੰਸਦ ਦੇ ਸਪੀਕਰ ਐਂਡਰੀਅਸ ਨੇ ਕਿਹਾ ਕਿ ਉਹਨਾਂ ਨੂੰ ਐਂਡਰਸਨ ਦਾ ਅਸਤੀਫਾ ਮਿਲ ਗਿਆ ਹੈ ਅਤੇ ਉਸ ਸਥਿਤੀ ਤੇ ਚਰਚਾ ਲਈ ਪਾਰਟੀ ਦੇ ਨੇਤਾਵਾਂ ਨਾਲ ਗੱਲ ਕਰਨਗੇ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੇ BBC ਵੱਲੋਂ ਪ੍ਰਿੰਸ ਵਿਲੀਅਮ ਅਤੇ ਹੈਰੀ ਦੇ ਸੰਬੰਧਾਂ ਬਾਰੇ ਪ੍ਰਸਤਾਰਿਤ ਨਵੀਂ ਦਸਤਾਵੇਜ਼ੀ ਫਿਲਮ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਭਾਰਤੀ ਮੂਲ ਦੇ ਪੱਤਰਕਾਰ ਅਨਮੋਲ ਰਾਜਨ ਦੁਆਰਾ ਪੇਸ਼ ਉਕਤ ਫਿਲਮ ਵਿੱਚ ਵਿਲੀਅਮ ਅਤੇ ਹੈਰੀ ਦੇ ਮਤਭੇਦਾਂ ਬਾਰੇ ਹੈ, ਜੋ ਦਾ ਪ੍ਰਿੰਸੈਸ ਐਂਡ ਦਾ ਪ੍ਰੈਸ ਸਿਰਲੇਖ ਵਾਲੇ 2 ਹਿੱਸਿਆਂ ਵਿੱਚ ਪ੍ਰਦਰਸ਼ਿਤ ਹੋ ਰਹੀ ਹੈ। ਇਹ ਫਿਲਮ ਪਰਦੇ ਦੇ ਪਿੱਛੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਾਲੇ ਸ਼ਾਹੀ ਸਰੋਤਾਂ ਵੱਲ ਸੰਕੇਤ ਕਰਦੀ ਹੈ। ਸ਼ਾਹੀ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਿਹਤਮੰਦ ਲੋਕਤੰਤਰ ਲਈ ਇੱਕ ਆਜ਼ਾਦ, ਜ਼ਿੰਮੇਵਾਰ ਅਤੇ ਖੁੱਲੀ ਪ੍ਰੈਸ ਬਹੁਤ ਜ਼ਰੂਰੀ ਹੈ, ਪਰ ਇਹ ਨਿਰਾਸ਼ਾਜਨਕ ਹੈ ਕਿ ਇਸ ਦੇ ਨਾਲ ਹੀ ਸ਼ਾਹੀ ਪਰਿਵਾਰ ਨੇ ਭਵਿੱਖ ਵਿੱਚ BBC ਦਾ ਬਾਈਕਾਟ ਕਰਨ ਦੀ ਵੀ ਧਮਕੀ ਦਿੱਤੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇੰਚਾਰਜ ਨੇ ਉਹਨਾਂ ਤੋਂ 7 ਦਿਨਾਂ ਦਾ ਜਵਾਬ ਮੰਗਿਆ। ਉੱਥੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਹਰੀਸ਼ ਚੌਧਰੀ ਦੇ ਨੋਟਿਸ ਤੇ ਹੀ ਸਵਾਲ ਖੜਾ ਕਰ ਦਿੱਤਾ ਹੈ। ਪਾਰਟੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਜਾਂ ਵਿਧਾਇਕ ਨੂੰ AIEC ਦੀ ਅਨੁਸ਼ਾਸਨੀ ਕਮੇਟੀ ਹੀ ਨੋਟਿਸ ਜਾਰੀ ਕਰ ਸਕਦੀ ਹੈ। ਹਰੀਸ਼ ਚੌਧਰੀ ਵੱਲੋਂ ਜਾਰੀ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਜਦੋਂ ਤੋਂ ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਹੈ, ਉਦੋਂ ਤੋਂ ਪਾਰਟੀ ਵਰਕਰਾਂ, ਪਟਿਆਲਾ ਦੇ ਵਿਧਾਇਕਾਂ ਤੇ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਤੁਸੀਂ ਪਾਰਟੀ ਵਿਰੋਧੀ ਕੰਮ ਕਰ ਰਹੇ ਹੋ। ਸਾਡੇ ਕੋਲ ਅਜਿਹੀਆਂ ਵੀ ਸੂਚਨਾਵਾਂ ਹਨ ਕਿ ਤੁਸੀਂ ਆਪਣੇ ਪਤੀ ਦੀ ਪਾਰਟੀ ਦੀ ਤਰਫਦਾਰੀ 'ਚ ਐਲਾਨ ਕਰ ਰਹੇ ਹੋ। ਇਸ ਲਈ ਤੁਸੀਂ 7 ਦਿਨਾਂ ਦੇ ਅੰਦਰ ਆਪਣਾ ਸਟੈਂਡ ਸਪਸ਼ਟ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਪਾਰਟੀ ਅਨੁਸ਼ਾਸਨੀ ਕਾਰਵਾਈ ਕਰੇਗੀ। ਹਰੀਸ਼ ਚੌਧਰੀ ਵੱਲੋਂ ਪਰਨੀਤ ਕੌਰ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਪਰਨੀਤ ਕੌਰ ਖੁਦ ਅਸਤੀਫਾ ਦੇਣ, ਕਿਉਂਕਿ ਦਲ ਬਦਲ ਕਾਨੂੰਨ ਤਹਿਤ ਪਰਨੀਤ ਕੌਰ ਜੇਕਰ ਅਸਤੀਫਾ ਦਿੰਦੇ ਹਨ ਤਾਂ ਪਟਿਆਲਾ ਲੋਕ ਸਭਾ ਸੀਟ ਖਾਲੀ ਹੋ ਜਾਏਗੀ। ਜੇਕਰ ਪਾਰਟੀ ਉਹਨਾਂ ਖਿਲਾਫ ਕਾਰਵਾਈ ਕਰਦੀ ਹੈ ਤਾਂ ਪਰਨੀਤ ਕੌਰ ਸੰਸਦ ਮੈਂਬਰ ਬਣੇ ਰਹਿਣਗੇ। ਇਸ ਲਈ ਕਾਂਗਰਸ ਦੀ ਪਹਿਲੀ ਕੋਸ਼ਿਸ਼ ਹੋਵੇਗੀ ਕਿ ਪਰਨੀਤ ਕੌਰ ਦੀ ਪਾਰਟੀ ਤੋਂ ਅਸਤੀਫਾ ਦੇਣ, ਜੋ ਪਟਿਆਲਾ ਜ਼ਿਮਨੀ ਚੋਣਾਂ 'ਚੋਂ ਆਪਣਾ ਉਮੀਦਵਾਰ ਖੜਾ ਕਰ ਸਕੇ। ਹੁਣ ਦੇਖਣਾ ਇਹ ਹੋਏਗਾ ਕਿ ਪਰਨੀਤ ਕੌਰ ਅਸਤੀਫਾ ਦਿੰਦੇ ਹਨ ਜਾਂ ਪਾਰਟੀ ਉਹਨਾਂ ਨੂੰ ਬਰਖਾਸਤ ਜਾਂ ਮੁਅੱਤਲ ਕਰਦੀ ਹੈ। ਉੱਥੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਹਰੀਸ਼ ਚੌਧਰੀ ਆਪਣੇ ਪੱਧਰ ਤੇ ਸੰਸਦ ਮੈਂਬਰ ਨੂੰ ਕਿਵੇਂ ਕਾਰਨ ਦੱਸੋ ਨੋਟਿਸ ਜਾਰੀ ਕਰ ਸਕਦੇ ਨੇ, ਕਿਉਂਕਿ ਉਹ ਇੰਚਾਰਜ ਨੇ, ਪਰ ਨੋਟਿਸ ਜਾਰੀ ਕਰਨ ਦਾ ਕੰਮ AIECC ਹੀ ਕਰ ਸਕਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।